ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸਟੱਡੀ ਵਿਦ ਮੀ ਵਿੱਚ। ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਆਪਾਂ ਸਟਾਰਟ ਕਰਦੇ ਹਾਂ ਕਾਰਪੋਰੇਟ ਅਕਾਊਂਟਿੰਗ। ਇਹ ਆਪਣਾ ਬੀਕਾਮ ਦਾ ਸੈਕੰਡ ਸਮੈਸਟਰ ਦਾ ਆਪਣਾ ਸਿਲੇਬਸ ਹੈ, ਜੋ ਹੈ ਆਪਣਾ ਬੀਕਾਮ ਆਨਰਸ ਦਾ ਕਾਰਪੋਰੇਟ ਅਕਾਊਂਟਿੰਗ। ਇਸ ਵਿੱਚ ਸਭ ਤੋਂ ਪਹਿਲਾਂ ਆਪਾਂ ਪੜਾਂਗੇ ਵਟ ਇਜ਼ ਪਾਰਟਨਰਸ਼ਿਪ ਡੀਡ ਐਂਡ ਇਟਸ ਕੰਟੈਂਟਸ। ਪਾਰਟਨਰਸ਼ਿਪ ਡੀਡ ਕੀ ਹੈ ਅਤੇ ਇਹਦੇ ਕੰਟੈਂਟਸ ਕੀ ਹਨ। ਹੁਣ ਆਪਾਂ ਇੱਥੇ ਡੈਫੀਨੇਸ਼ਨ ਲਿਖੀ ਹੈ। Partnership deed is a written content. एक written content है that contains an agreement made between two individuals who have the intention of doing business with each other and share profit and loss. And also रह गया also called a partnership agreement. ਹੁਣ ਆਪਾਂ ਨੂੰ ਡੈਫੀਨੇਸ਼ਨ ਤੋਂ ਹੀ ਕਲੀਅਰਲੀ ਪਤਾ ਲੱਗ ਰਿਹਾ ਪਾਰਟਨਰਸ਼ਿਪ ਡੀਡ ਕੀ ਹੈ। ਜਿਵੇਂ ਹੁਣ ਦੋ ਬੰਦਿਆਂ ਨੇ ਬਿਜ਼ਨਸ ਖੋਲ੍ਹਣਾ, ਤਾਂ ਉਹਨਾਂ ਨੇ ਮਤਲਬ ਕਿ ਦੋਨਾਂ ਨੇ ਉਹ ਕਰ ਲਿਆ ਵੀ ਹਾਂ ਵੀ ਪ੍ਰੋਫਿਟ ਐਂਡ ਲੋਸ ਸ਼ੇਅਰ ਕਰ ਲਿਆ, ਅਤੇ ਉਹਨਾਂ ਨੇ ਇੱਕ ਰਿਟਨ ਡਾਕੂਮੈਂਟ ਬਣਾ ਲਿਆ ਵੀ ਹਾਂ ਇੰਨਾ ਪ੍ਰੋਫਿਟ ਲੋਸ ਤਾਂ ਉਹਨਾਂ ਨੇ ਇਕੁਅਲੀ ਹੋਊਗਾ ਜਾਂ ਫਿਰ ਉਹ ਮਤਲਬ ਕਿ ਰੇਸ਼ੋ 'ਚ ਹੋਊਗਾ। ਉਹ ਸਾਰਾ ਕੁਛ ਦੱਸਤਾ। ਉਹਨਾਂ ਦੋਨਾਂ ਨੇ ਪਾਰਟਨਰਸ ਨੇ ਮਤਲਬ ਕਿ ਬਿਜ਼ਨਸ ਕਰਨ ਲਈ ਉਹਨਾਂ ਦੀ ਇੰਟੈਂਸ਼ਨ ਆ ਵੀ ਉਹਨਾਂ ਨੇ ਬਿਜ਼ਨਸ ਖੋਲ੍ਹਣਾ, ਤਾਂ ਕਰਕੇ ਉਹਨਾਂ ਨੇ ਸਭ ਕੁਛ ਸ਼ੇਅਰ ਕਰ ਲਿਆ ਅਤੇ ਇੱਕ ਰਿਟਨ ਡਾਕੂਮੈਂਟ ਵਿੱਚ ਲਿਖ ਲਿਆ। ਉਹਨਾਂ ਨੇ ਐਗਰੀਮੈਂਟ ਕਰ ਲਿਆ ਵੀ ਹਾਂ ਵੀ ਇਹ ਸਭ ਕੁਛ ਸਹੀ ਆ ਅਤੇ ਅਸੀਂ ਦੋਨਾਂ ਨੇ ਮਿਲ ਕੇ ਹੁਣ ਬਿਜ਼ਨਸ ਖੋਲ੍ਹਣਾ, ਪ੍ਰੋਫਿਟ ਐਂਡ ਲੋਸ ਵੰਡਣਾ ਇੱਕ ਦੂਸਰੇ ਨਾਲ, ਅਤੇ ਸਾਰਾ ਕੁਛ ਇੱਕ ਐਗਰੀਮੈਂਟ ਵਿੱਚ ਲਿਖ ਲਿਆ। ਅਤੇ ਉਹਨਾਂ ਦੋਨਾਂ ਦੀ ਐਗਰੀਮੈਂਟ ਹੋ ਗਈ, ਮਤਲਬ ਰਿਟਨ ਡਾਕੂਮੈਂਟ ਵਿੱਚ ਲਿਖ ਲਿਆ। ਉਹ ਦੋਨੋਂ ਐਗਰੀ ਕਰ ਗਏ, ਤਾਂ ਮਤਲਬ ਉਹਨਾਂ ਨੇ ਬਿਜ਼ਨਸ ਆਪਣਾ ਖੋਲ੍ਹ ਲਿਆ। ਇੱਕ ਰਿਟਨ ਡਾਕੂਮੈਂਟ ਵਿੱਚ ਲੀਗਲ ਰਾਈਟਸ, ਪੋਲਿਸੀਜ਼ ਹੋ ਗਈਆਂ, ਰਿਟਨ ਸਮਰੀ ਹੋ ਗਈ, ਟਰਮਸ ਐਂਡ ਕੰਡੀਸ਼ਨਸ ਅਮੋਂਗ ਪਾਰਟਨਰਸ, ਇਹ ਸਾਰਾ ਕੁਛ ਇਹ 'ਚ ਲਿਖਿਆ ਜਾਂਦਾ ਹੈ ਜੋ ਆਪਣਾ ਰਿਟਨ ਡਾਕੂਮੈਂਟ ਹੈ। ਇਸ ਤੋਂ ਅੱਗੇ ਹੁਣ ਇੱਕ ਇਹਦੇ ਕੰਟੈਂਟਸ ਕੀ ਹਨ। ਹੁਣ ਆਪਾਂ ਕੰਟੈਂਟਸ ਸਮਝਦੇ ਹਾਂ। ਕੰਟੈਂਟਸ ਹੁੰਦੇ ਜਿਹੜੇ ਮਤਲਬ ਪਾਰਟਨਰਸ਼ਿਪ ਡੀਡ ਜਾਂ ਫਿਰ ਰਿਟਨ ਡਾਕੂਮੈਂਟ ਵਿੱਚ ਲਿਖੇ ਜਾਂਦੇ ਹਨ। ਉਹ ਕੰਟੈਂਟਸ ਵੀ ਕੀ ਚੀਜ਼ ਉਸ ਲਿਖੀ ਜਾਂਦੀ ਹੈ, ਕੀ ਨਹੀਂ, ਉਹ ਸਾਰਾ ਕੁਝ ਦੱਸਿਆ ਜਾਂਦਾ ਹੈ ਇਹ 'ਚ। ਸਭ ਤੋਂ ਪਹਿਲਾਂ ਹੈ ਨੇਮ ਆਫ ਫਰਮ। ਉਹਦੇ ਵਿੱਚ ਸਭ ਤੋਂ ਪਹਿਲਾਂ ਮਤਲਬ ਕਿ ਜੇ ਉਹਨਾਂ ਨੇ ਬਿਜ਼ਨਸ ਖੋਲ੍ਹਣਾ, ਦੋਨਾਂ ਨੇ ਮਤਲਬ ਪਾਰਟਨਰਸ਼ਿਪ ਡੀਡ ਦੋਨਾਂ ਇਕੱਠਿਆਂ ਨੇ, ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੂੰ ਨੇਮ ਲਿਖਿਆ ਜਾਏਗਾ। ਨੇਮ ਹੋਊਗਾ ਯੂਨੀਕ, ਨੇਮ ਯੂਨੀਕ ਹੋਣਾ ਚਾਹੀਦਾ, ਕਿਉਂਕਿ ਮਤਲਬ ਕਿ ਕਿਸੇ ਦੇ ਰਿਲੇਟਡ ਨੇਮ ਨਹੀਂ ਹੋਣਾ ਚਾਹੀਦਾ ਹੈਗਾ। ਕਿਸੇ ਲਾਈਕ ਤੁਹਾਡੇ ਨਾਲ ਕਿਸੇ ਨੇ ਬਿਜ਼ਨਸ ਖੋਲ੍ਹਿਆ ਤਾਂ ਤੁਹਾਡਾ ਅਤੇ ਉਹਨਾਂ ਦੋਨਾਂ ਦਾ ਨੇਮ ਸੇਮ ਹੋ, ਤਾਂ ਇਸ ਵਿੱਚ ਕਾਫੀ ਫਰਕ ਪੈਂਦਾ। ਤਾਂ ਕਰਕੇ ਇਸ ਡਿਫੀਕਲਟੀ ਤੋਂ ਬਚਣ ਲਈ ਆਪਾਂ ਨੂੰ ਨੇਮ ਯੂਨੀਕ ਰੱਖਣਾ ਚਾਹੀਦਾ, ਅਤੇ ਜੋ ਨੇਮ ਰੱਖਿਆ ਗਿਆ ਯੂਨੀਕ ਉਹਨੂੰ ਮੈਂਸ਼ਨ ਕਰਨਾ ਚਾਹੀਦਾ ਹੈ, ਮੈਂਸ਼ਨ ਕਰਨਾ ਹੋਏਗਾ ਆਪਣੇ ਰਿਟਨ ਡਾਕੂਮੈਂਟ ਵਿੱਚ। ਇਸ ਤੋਂ ਅਗਲਾ ਕਿਆ ਹੈ ਲੋਕੇਸ਼ਨ ਆਫ ਫਰਮ ਦੀ ਲੋਕੇਸ਼ਨ ਕਿਆ, ਉਹਨਾਂ ਨੇ ਜਿਹੜਾ ਬਿਜ਼ਨਸ ਖੋਲ੍ਹਿਆ ਉਹ ਕਿੱਥੇ ਸਿਚੁਏਟਡ ਆ, ਮਤਲਬ ਕਹਿ ਸਕਦੇ ਕਿੱਥੇ ਸਥਿਤ ਆ ਉਹ ਬਿਜ਼ਨਸ, ਉਹਨੇ ਕਿੱਥੇ ਖੋਲ੍ਹਿਆ, ਮਤਲਬ ਕਿਹੜੀ ਲੋਕੇਸ਼ਨ ਆ ਉਹਦੀ, ਉਹ ਸਾਰਾ ਕੁਛ ਇੱਥੇ ਮੈਂਸ਼ਨ ਹੋਣਾ ਚਾਹੀਦਾ ਆਪਣੇ ਰਿਟਨ ਡਾਕੂਮੈਂਟ ਵਿੱਚ। ਉਸ ਤੋਂ ਬਾਅਦ ਨੇਮ ਐਂਡ ਐਡਰੈਸ ਆਫ ਦਾ ਪਾਰਟਨਰਸ ਦਾ ਐਡਰੈਸ ਕੀ ਆ, ਮਤਲਬ ਕਿ ਜਿਹੜੇ ਪਾਰਟਨਰਸ ਉਹਨਾਂ ਨੇ ਮਤਲਬ ਕਿ ਆਪਣੇ ਅਮੋਂਗ ਪਾਰਟਨਰਸ਼ਿਪ ਡੀਡ ਬਣਾਈ ਹੈ, ਜੋ ਕਰਿਆ ਕਹਿ ਸਕਦੇ ਆਪਾਂ, ਉਹਨਾਂ ਦਾ ਨਾਮ ਕੀ ਆ, ਉਹਨਾਂ ਦਾ ਐਡਰੈਸ ਕੀ ਹੈ, ਕੰਟੈਕਟ ਨੰਬਰ, ਸਾਰਾ ਕੁਛ ਇੱਥੇ ਮੋਰ ਡਿਟੇਲਸ ਇੱਥੇ ਮੈਂਸ਼ਨ ਹੋਣੀ ਚਾਹੀਦੀ ਆ। ਏਰੀਆ ਐਂਡ ਨੇਚਰ ਆਫ ਦਾ ਬਿਜ਼ਨਸ ਕਿਹੜੇ ਪਰਪਸ ਲਈ ਖੋਲ੍ਹਿਆ, ਕੀ ਮਤਲਬ ਕਿ ਪ੍ਰੋਡਕਟ ਵੇਚਣਾ, ਸੇਲ ਕਰਨਾ ਜਾਂ ਕੋਈ ਹੋਰ ਪਰਪਸ ਲਈ ਖੋਲ੍ਹਿਆ, ਤਾਂ ਸਾਰਾ ਕੁਛ ਉਹ ਏਰੀਆ ਐਂਡ ਨੇਚਰ ਸਭ ਕੁਛ ਇੱਥੇ ਹੋਣੀ ਚਾਹੀਦੀ ਹੈ। ਮਤਲਬ ਜਿਹੜਾ ਬਿਜ਼ਨਸ ਆ ਉਹ ਨੈਸ਼ਨਲ ਲੈਵਲ ਦਾ, ਇੰਟਰਨੈਸ਼ਨਲ ਲੈਵਲ ਦਾ ਜਾਂ ਫਿਰ ਲੋਕਲੀ ਆ, ਉਹ ਸਾਰਾ ਕੁਛ ਇੱਥੇ ਮੈਂਸ਼ਨ ਹੋਣਾ ਚਾਹੀਦਾ ਵਾ। ਡਿਊਰੇਸ਼ਨ ਆਫ ਪਾਰਟਨਰਸ਼ਿਪ ਫਰਮ, ਇਸ ਵਿੱਚ ਡਿਊਰੇਸ਼ਨ ਦੱਸੀ ਜਾਣੀ ਚਾਹੀਦੀ ਹੈ, ਮੈਂਸ਼ਨ ਹੋਣੀ ਚਾਹੀਦੀ ਹੈ। ਲਾਈਕ ਵੀ ਜਿਹੜਾ ਉਹਨਾਂ ਨੇ ਬਿਜ਼ਨਸ ਖੋਲ੍ਹਿਆ ਕਿੰਨੇ ਟਾਈਮ ਲਈ ਖੋਲ੍ਹਿਆ, ਸ਼ਾਰਟ ਪੀਰੀਅਡ ਲਈ ਖੋਲ੍ਹਿਆ ਜਾਂ ਫਿਰ ਲੌਂਗ ਪੀਰੀਅਡ ਲਈ ਖੋਲ੍ਹਿਆ, ਜਾਂ ਫਿਰ ਕੋਈ ਸਪੈਸੀਫਿਕ ਪਰਪਸ ਲਈ ਖੋਲ੍ਹਿਆ, ਲਾਈਕ ਉਹਨਾਂ ਨੇ ਕੋਈ ਪ੍ਰੋਜੈਕਟ ਬਣਾਉਣਾ ਸੀ ਤਾਂ ਖੋਲ੍ਹਿਆ ਬਿਜ਼ਨਸ, ਉਹ ਸਾਰਾ ਕੁਛ ਇੱਥੇ ਟਾਈਮ ਪੀਰੀਅਡ ਦੱਸਿਆ ਜਾਣਾ ਚਾਹੀਦਾ, ਮੈਂਸ਼ਨ ਹੋਣਾ ਚਾਹੀਦਾ। ਉਸ ਤੋਂ ਕੈਪੀਟਲ ਇੰਪਲੋਇਡ ਬਾਏ ਦ ਪਾਰਟਨਰਸ, ਇਹ ਵੀ ਮੈਂਸ਼ਨ ਹੋਣਾ ਚਾਹੀਦਾ ਵੀ ਕਿਹੜੇ ਪਾਰਟਨਰਸ ਨੇ ਕਿੰਨੀ ਮਤਲਬ ਕੈਪੀਟਲ ਇਨਵੈਸਟ ਕੀਤੀ, ਕੋਈ ਐਸਿਡ 'ਚ ਫੋਰਮ 'ਚ ਕੀਤੀ ਹੈ ਜਾਂ ਫਿਰ ਕੈਸ਼ ਫੋਰਮ 'ਚ ਕੀਤੀ ਹੈ, ਕਿੱਦਾਂ ਕੀਤੀ ਹੈ, ਸਾਰਾ ਕੁਛ ਇਹ 'ਚ ਮੈਂਸ਼ਨ ਹੋਣਾ ਚਾਹੀਦਾ। ਉਸ ਤੋਂ ਰੇਸ਼ੋ ਆਫ ਪ੍ਰੋਫਿਟ ਐਂਡ ਲੋਸ ਵੀ ਉਹ ਮਤਲਬ ਇਕੁਅਲੀ ਵੰਡਣਾ ਜਾਂ ਫਿਰ ਮਤਲਬ ਕਿ ਕੋਈ ਰੇਸ਼ੋ 'ਚ ਵੰਡਣਾ ਉਹਨਾਂ ਨੂੰ ਪ੍ਰੋਫਿਟ ਐਂਡ ਲੋਸ, ਜਿਹੜੀ ਡਿਸਟਰੀਬਿਊਟ ਕਰਨਾ ਪਾਰਟਨਰਸ ਨੂੰ। ਇਸ ਤੋਂ ਅੱਗੇ ਪੜ੍ਹਦੇ ਹਾਂ ਆਪਾਂ
ਰਾਈਟਸ ਐਂਡ ਡਿਊਟੀਜ਼ ਆਫ ਦ ਪਾਰਟਨਰਸ, ਇਸ 'ਚ ਇਹ ਵੀ ਮੈਂਸ਼ਨ ਹੋਣਾ ਚਾਹੀਦਾ ਹੈ ਵੀ ਜਿਹੜਾ ਪਾਰਟਨਰਸ ਆ ਦੋ ਜਿਨ੍ਹਾਂ ਨੇ ਆਪਣਾ ਐਗਰੀਮੈਂਟ ਕੀਤਾ ਹੈ ਜਾਂ ਫਿਰ ਰਿਟਨ ਡਾਕੂਮੈਂਟ ਆਪਣਾ ਪਾਰਟਨਰਸ਼ਿਪ ਡੀਡ ਕੀਤੀ ਹੈ, ਤਾਂ ਉਸ ਵਿੱਚ ਮਤਲਬ ਕਿ ਉਹਨਾਂ ਦੀ ਰਾਈਟਸ ਐਂਡ ਡਿਊਟੀਜ਼ ਕੀ ਹੋਣੀ ਚਾਹੀਦੀਆਂ, ਉਹ ਸਾਰਾ ਕੁਛ ਇਹ 'ਚ ਆਪਣੇ ਰਿਟਨ ਡਾਕੂਮੈਂਟ ਵਿੱਚ ਮੈਂਸ਼ਨ ਹੋਣਾ ਚਾਹੀਦਾ ਹੈ। ਉਸ ਤੋਂ ਅੱਗੇ 9th ਪਾਰਟਨਰਸ ਕਮਿਸ਼ਨ ਐਂਡ ਸੈਲਰੀ, ਇਹ ਵੀ ਮੈਂਸ਼ਨ ਹੋਣਾ ਚਾਹੀਦਾ ਕਿ ਪਾਰਟਨਰਸ ਦੇ ਕਮਿਸ਼ਨ ਕਿੰਨਾ ਹੋਏਗਾ ਜਾਂ ਫਿਰ ਉਹਨਾਂ ਦੀ ਸੈਲਰੀ ਕਿੰਨੀ ਹੋਏਗੀ, ਕਿੰਨੀ ਦੇਰ ਬਾਅਦ ਉਹਦੀ ਸੈਲਰੀ ਇਨਕਰੀਜ਼ ਹੋਏਗੀ, ਉਹ ਸਾਰਾ ਕੁਛ ਇਹ 'ਚ ਕਹਿ ਸਕਦੇ ਹਾਂ ਆਪਾਂ ਮੈਂਸ਼ਨ ਹੋਣਾ ਚਾਹੀਦਾ। ਉਸ ਤੋਂ ਬਾਅਦ ਵਿਦਡਰਾਅਲਸ ਬਾਏ ਪਾਰਟਨਰਸ, ਜੇ ਪਾਰਟਨਰਸ ਵਿਦਡਰਾਅਲਸ ਕਰਨਗੇ ਜਾਂ ਫਿਰ ਆਪਣੇ ਪਰਸਨਲ ਯੂਜ਼ ਲਈ ਬਿਜ਼ਨਸ ਵਿੱਚੋਂ ਪੈਸੇ ਕਢਵਾਉਣਗੇ ਜਾਂ ਫਿਰ ਟ੍ਰਾਂਸਫਰ ਕਰਵਾਉਣਗੇ, ਉਹ ਮਤਲਬ ਕਿੰਨੀ ਲਿਮਿਟ ਹੋਣੀ ਚਾਹੀਦੀ, ਕਿੰਨੇ ਤੱਕ ਕਰਵਾ ਸਕਦੇ ਨੇ, ਕਿਵੇਂ ਕਰਵਾ ਸਕਦੇ ਨੇ, ਸਾਰਾ ਕੁਛ ਇੱਥੇ ਮੈਂਸ਼ਨ ਹੋਣਾ ਚਾਹੀਦਾ ਆਪਣੇ ਰਿਟਨ ਡਾਕੂਮੈਂਟ ਵਿੱਚ। ਉਸ ਤੋਂ ਅੱਗੇ ਆਪਾਂ ਆ ਗਿਆ ਕਹਿ ਸਕਦੇ 11ਵਾਂ ਇੰਟਰਸਟ ਔਨ ਡਰਾਇੰਗਸ, ਇਸ ਤੋਂ ਅੱਗੇ ਕਰਾਂਗੇ ਮਤਲਬ ਕਿ ਡਰਾਇੰਗਸ ਜਦੋਂ ਮਤਲਬ ਕਿ ਉਹ ਕਢਵਾਉਣਗੇ ਪੈਸੇ ਤਾਂ ਉਹ 'ਤੇ ਕਿੰਨਾ ਇੰਟਰਸਟ ਪੇ ਕਰਨਾ ਪੈਣਾ, ਉਹ ਰੇਟ ਆਫ ਇੰਟਰਸਟ ਮੈਂਸ਼ਨ ਹੋਣਾ ਚਾਹੀਦਾ ਇੱਥੇ ਆਪਣੇ ਲੀਗਲ, ਇਹਨੂੰ ਆਪਾਂ ਲੀਗਲ ਡਾਕੂਮੈਂਟ ਵੀ ਕਹਿ ਸਕਦੇ ਹਾਂ ਰਿਟਨ ਡਾਕੂਮੈਂਟ ਵਿੱਚ। ਉਸ ਤੋਂ ਅੱਗੇ ਆਉਂਦਾ ਐਲੋਕੇਸ਼ਨਸ ਆਫ ਵਰਕ ਅਮੋਂਗ ਪਾਰਟਨਰਸ, ਇੰਨਾ ਡਰਨ ਦੀ ਲੋੜ ਨਹੀਂ ਹੈ ਵੀ ਐਲੋਕੇਸ਼ਨਸ ਆ ਗਿਆ ਪਤਾ ਨਹੀਂ ਕਿਆ ਆ ਗਿਆ, ਇਸ ਵਿੱਚ ਵਰਕ ਡਿਸਟਰੀਬਿਊਸ਼ਨ ਹੁੰਦਾ, ਲਾਈਕ ਐਲੋਕੇਸ਼ਨ ਆਫ ਵਰਕ ਐਂਡ ਅਮੋਂਗ ਪਾਰਟਨਰਸ, ਮਤਲਬ ਕਿਹੜਾ ਵਰਕ ਕਿੰਨੀ ਕੈਪੇਬਿਲਿਟੀ ਵਿੱਚ ਕਿਸ ਨੂੰ ਮਿਲੇਗਾ, ਉਹ ਸਾਰਾ ਕੁਛ ਇੱਥੇ ਮੈਂਸ਼ਨ ਹੋਣਾ ਚਾਹੀਦਾ ਆਪਣੇ ਲੀਗਲ ਡਾਕੂਮੈਂਟ ਵਿੱਚ, ਮਤਲਬ ਕਿੰਨੀ ਕੈਪੇਬਿਲਿਟੀ ਹੈ, ਕਿੰਨਾ ਵਰਕ ਕਰ ਸਕਦਾ, ਤਾਂ ਕਿਸ ਨੂੰ ਜਿਹਦੇ 'ਚ ਜ਼ਿਆਦਾ ਕੈਪੇਬਿਲਿਟੀ ਹੈ ਤਾਂ ਉਹਨੂੰ ਮਤਲਬ ਥੋੜ੍ਹਾ ਹਾਰਡ ਵਰਕ ਮਿਲੇਗਾ, ਉਹਨੂੰ ਮਤਲਬ ਕਿ ਕਈਆਂ ਨੂੰ ਠੀਕ ਉਹਨਾਂ ਦੀ ਨੋਰਮਲ ਤਰ੍ਹਾਂ ਦਾ ਵਰਕ ਮਿਲੇਗਾ, ਉਹ ਸਾਰਾ ਕੁਛ ਇੱਥੇ ਮੈਂਸ਼ਨ ਹੋਣਾ ਚਾਹੀਦਾ। ਉਸ ਤੋਂ ਬਾਅਦ ਵਾਇਓਲੇਸ਼ਨ ਆਫ ਰੂਲਸ ਆਫ ਪਾਰਟਨਰਸ਼ਿਪ, ਜਦੋਂ ਕੋਈ ਵਰਕ ਕਰੇਗਾ ਤਾਂ ਪ੍ਰੋਬੇਬਲੀ ਉਹ ਮਤਲਬ ਕਿ ਵਾਇਓਲੇਟ ਕਰੇਗਾ ਰੂਲਸ ਨੂੰ, ਜਾਂ ਫਿਰ ਮਤਲਬ ਕਿ ਇਹ 'ਚ ਇਹ ਦੱਸਿਆ ਗਿਆ ਵਾਇਓਲੇਸ਼ਨ ਆਫ ਰੂਲਸ ਨੂੰ ਵੀ ਜਾਂ ਕੋਈ ਰੂਲਸ ਤੋੜਦਾ ਹੈ, ਰੂਲਸ ਐਂਡ ਰੈਗੂਲੇਸ਼ਨਸ ਨਹੀਂ ਫੋਲੋ ਕਰਦਾ, ਤਾਂ ਉਹਨਾਂ ਨੂੰ ਕਿਹੜਾ ਐਕਸ਼ਨ ਮਤਲਬ ਕਿ ਲੈਣਾ ਚਾਹੀਦਾ ਹੈ ਦੂਸਰੇ ਪਾਰਟਨਰ ਨੂੰ, ਉਹ ਸਾਰਾ ਕੁਛ ਇੱਥੇ ਮੈਂਸ਼ਨ ਹੋਣਾ ਚਾਹੀਦਾ ਹੈ ਇਸ ਵਿੱਚ। ਇਸ ਤੋਂ ਅੱਗੇ ਆ ਜਾਂਦਾ 14 ਐਡਮਿਸ਼ਨ ਡੈਥ ਐਂਡ ਰਿਟਾਇਰਮੈਂਟ ਆਫ ਪਾਰਟਨਰਸ, ਜਦੋਂ ਕਿਸੇ ਪਾਰਟਨਰ ਦੀ ਐਡਮਿਸ਼ਨ ਹੁੰਦੀ ਹੈ ਜਾਂ ਡੈਥ ਹੋ ਜਾਂਦੀ ਹੈ ਜਾਂ ਫਿਰ ਰਿਟਾਇਰ ਹੋ ਜਾਂਦਾ, ਰਿਟਾਇਰਮੈਂਟ ਮਿਲਦੀ ਹੈ ਉਹਨੂੰ, ਤਾਂ ਜਿਹੜਾ ਪੇਮੈਂਟ ਹੁੰਦੀ ਆ ਉਹ ਕਿਹੜੇ ਇੰਸਟਾਲਮੈਂਟ 'ਚ ਹੁੰਦੀ ਹੈ, ਲੰਪਸਮ ਹੋ ਜਾਂਦੀ ਆ, ਕਿਵੇਂ ਹੁੰਦੀ ਆ, ਉਹ ਸਾਰਾ ਪ੍ਰੋਸੀਜਰ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਸਾਰਾ ਕੁਛ ਇੱਥੇ ਮੈਂਸ਼ਨ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਆਪਣੇ ਮੈਂਸ਼ਨ ਹੋਣਾ ਚਾਹੀਦਾ ਹੈ ਰਿਟਨ ਡਾਕੂਮੈਂਟ ਵਿੱਚ। ਉਸ ਤੋਂ ਬਾਅਦ ਆ ਜਾਂਦਾ ਪ੍ਰੋਸੀਜਰ ਆਫ ਡਿਸੋਲੂਸ਼ਨ ਆਫ ਫਰਮ, ਜੇ ਮਤਲਬ ਫਰਮ ਆਪਾਂ ਇਹਨੂੰ ਕਹਿ ਸਕਦੇ ਹਾਂ ਜਿਹੜਾ ਇਹਨਾਂ ਨੇ ਲੀਗਲ ਡਾਕੂਮੈਂਟ ਉਹ ਬਣਾਇਆ ਪਾਰਟਨਰਸ਼ਿਪ ਡੀਡ ਬਣਾਈ ਆ, ਇਹ 'ਚ ਆਪਾਂ ਕਹਿ ਸਕਦੇ ਹਾਂ ਮਤਲਬ ਕਿ ਜਿਹਦਾ ਪ੍ਰੋਸੀਜਰ ਆਫ ਡਿਸੋਲੂਸ਼ਨ ਆਫ ਫਰਮ ਮੀਨਸ ਕਈ ਵਾਰ ਮਜਬੂਰੀ 'ਚ ਜਾਂ ਫਿਰ ਕਿਸੇ ਤਰ੍ਹਾਂ ਕਰਕੇ ਕੰਪਨੀ ਨੂੰ ਬੰਦ ਕਰਨਾ ਪੈ ਜਾਂਦਾ, ਕੰਪਨੀ ਕਲੋਜ਼ ਕਰਨੀ ਪੈ ਜਾਂਦੀ ਆ, ਤਾਂ ਉਹ ਕੰਪਨੀ ਕਲੋਜ਼ ਦਾ ਕੀ ਪ੍ਰੋਸੀਜਰ ਆ ਉਹ ਕਿੱਦਾਂ ਕਰਨਗੇ, ਉਹ ਸਾਰਾ ਕੁਝ ਰਿਟਨ ਡਾਕੂਮੈਂਟ ਵਿੱਚ ਜੋ ਆਪਣੀ ਪਾਰਟਨਰਸ਼ਿਪ ਡੀਡ ਬਣੀ ਆ ਡਾਕੂਮੈਂਟ ਉਹਦੇ ਵਿੱਚ ਲਿਖਿਆ ਮੈਂਸ਼ਨ ਹੋਣਾ ਚਾਹੀਦਾ ਹੈ। ਸੋ ਆਪਣਾ ਇਹ ਸਾਰਾ ਸੀ ਜੋ ਆਪਾਂ ਨੇ ਹੁਣ ਕਰਿਆ ਵਾ ਕਾਰਪੋਰੇਟ ਅਕਾਊਂਟਿੰਗ, ਵਾਟ ਇਜ਼ ਪਾਰਟਨਰਸ਼ਿਪ ਡੀਡ ਐਂਡ ਇਟਸ ਕੰਟੈਂਟਸ। ਇਹ ਵੈਸੇ ਪੇਪਰਸ ਵਿੱਚ 11ਵੀਂ 12ਵੀਂ ਵਿੱਚ ਵੀ ਬਹੁਤ ਇੰਪੋਰਟੈਂਟ ਆ, ਇਹ ਪੁੱਛਿਆ ਜਾਂਦਾ ਵੀ ਪਾਰਟਨਰਸ਼ਿਪ ਡੀਡ ਕੀ ਹੈ ਅਕਾਊਂਟਿੰਗ ਵਿੱਚ, ਫਾਈਨੈਂਸ਼ੀਅਲ ਅਕਾਊਂਟਿੰਗ ਵਿੱਚ ਵੀ ਖਾਸ ਕਰਕੇ, ਸੇ ਇਹਨੂੰ ਪੜ੍ਹ ਕੇ ਜਾਇਓ। ਜੇ ਤੁਹਾਨੂੰ ਕੋਈ ਇਹਦੇ ਵਿੱਚੋਂ ਡਾਊਟ ਲੱਗਿਆ ਤਾਂ ਤੁਸੀਂ ਪਲੀਜ਼ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸ ਦਿਓ, ਤਾਂ ਕਿ ਮੈਂ ਉਹ ਫਿਰ ਹੋਰ ਆਪਣੀ ਮਤਲਬ ਕਿ ਟੀਚਿੰਗ ਸਕਿੱਲਸ ਨੂੰ ਇੰਪਰੂਵ ਕਰੂੰਗੀ। ਇਸ ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਬੈਲ ਆਈਕਨ ਦਬਾਇਓ ਅਤੇ ਇਹ ਕਮੈਂਟ ਕਰਕੇ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਹੋਰ ਤੋਂ ਹੋਰ ਜ਼ਿਆਦਾ ਸਿੱਖਣ। ਧੰਨਵਾਦ ਜੀ।